ਪੰਜਾਬੀ ਨੌਜਵਾਨ ਦੇ ਲਾਪਤਾ ਹੋਣ ਬਾਰੇ ਜਾਣਕਾਰੀ 21 ਸਾਲਾ ਨੌਜਵਾਨ ਨੂੰ ਲੱਭਣ ਦੇ ਲਈ ਪੁਲਿਸ ਤੇ ਪਰਿਵਾਰ ਨੇ ਸਹਿਯੋਗ ਮੰਗਿਆ। ਕੈਨੇਡਾ ਵਿੱਚ ਪੁਲਿਸ ਨੇ 5 ਇੰਟਰਨੈਸ਼ਨਲ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਚੁਫੇਰੇ ਹੋ ਰਹੀ ਹੈ ਪ੍ਰਸ਼ੰਸਾ। ਤਿਉਹਾਰਾਂ ਤੋਂ ਪਹਿਲਾਂ ਸਰੀ ਨਿਵਾਸੀਆਂ ਦੇ ਲਈ ਚੇਤਾਵਨੀ। ਦੱਸਾਂਗੇ ਸਿਟੀ ਆਫ ਸਰੀ ਨੇ ਕੀ ਹਦਾਇਤ ਦਿੱਤੀ। ਓਨਟਾਰੀਓ ਵਿੱਚ ਟੀਕੇ ਨਾ ਲਗਵਾਉਣ ਵਾਲੇ ਸਿੱਖਿਆ ਅਦਾਰਿਆਂ ਵਿੱਚ ਕਰੀਬ 50,000 ਕਾਮੇ। ਕੀ ਨਾ ਸਭ ਨੂੰ ਕੰਮ ਤੋਂ ਕੱਢਿਆ ਜਾਵੇਗਾ? ਖਬਰਾਂ ਵਿੱਚ ਦੱਸਾਂਗੇ ਓਨਟਾਰੀਓ ਦੇ ਸਿੱਖਿਆ ਮੰਤਰੀ ਨੇ ਕੀ ਕਿਹਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਹੁੰ ਚੁੱਕ ਸਮਾਗਮ ਦੇ ਬਾਰੇ ਕਿਹੜੀਆਂ ਗੱਲਾਂ ਕਹੀਆਂ, ਇਸ ਦੇ ਬਾਰੇ ਵੀ ਦੱਸਾਂਗੇ ਤੇ ਨਵੇਂ ਇਮੀਗ੍ਰੇਸ਼ਨ ਮੰਤਰੀ ਸਮੇਤ ਰੱਖਿਆ ਮੰਤਰੀ ਜੋ ਨਵੇਂ ਬਣੇ ਨੇ ਉਹਨਾਂ ਦੇ ਬਾਰੇ ਵੀ। ਸਭ ਤੋਂ ਪਹਿਲਾਂ ਰਿਪੋਰਟ ਉਸ ਖਬਰ ਦੇ ਬਾਰੇ ਜੋ ਡੈਲਟਾ ਪੁਲਿਸ ਨੇ 21 ਸਾਲ ਦੇ ਇੱਕ ਨੌਜਵਾਨ ਨੂੰ ਲੱਭਣ ਦੇ ਲਈ ਸਹਿਯੋਗ ਮੰਗਿਆ, ਜੋ ਕਿ ਪੰਜਾਬੀ ਨੌਜਵਾਨ ਹੈ ਤੇ ਉਸਦੇ ਪਰਿਵਾਰ ਦੇ ਵੱਲੋਂ ਵੀ ਸਹਿਯੋਗ ਮੰਗਿਆ ਗਿਆ। ਡੈਲਟਾ ਪੁਲਿਸ ਨੇ ਇੱਕ ਲਾਪਤਾ ਹੋਏ ਪੰਜਾਬੀ ਨੌਜਵਾਨ ਨੂੰ ਲੱਭਣ ਦੇ ਵਾਸਤੇ ਸਹਿਯੋਗ ਦੀ ਮੰਗ ਕੀਤੀ ਹੈ। 21 ਸਾਲ ਇਸ ਨੌਜਵਾਨ ਦੀ ਉਮਰ ਹੈ। ਨਾਰਥ ਡੈਲਟਾ ਦੇ ਵਿੱਚ ਆਪਣੇ ਘਰ ਤੋਂ ਇਹ ਨੌਜਵਾਨ ਗਿਆ ਸੀ, ਜਿਸ ਨੂੰ ਉਸਦੇ ਪਰਿਵਾਰ ਨੇ ਵਾਪਸ ਹਜੇ ਤੱਕ ਨਹੀਂ ਦੇਖਿਆ। ਅਕਤੂਬਰ 24, 2021 ਨੂੰ ਪੁਲਿਸ ਨੇ ਕਿਹਾ ਹੈ ਕਿ ਉਹਨਾਂ ਦੇ ਵੱਲੋਂ ਜਾਂਚ ਤਾਂ ਕੀਤੀ ਜਾ ਰਹੀ ਹੈ, ਪਰ ਹਜੇ ਤੱਕ ਉਹਨਾਂ ਨੂੰ ਇਸ ਉੱਤੇ ਕੋਈ ਕਾਮਯਾਬੀ ਨਹੀਂ ਮਿਲੀ, ਜਿਸ ਤੋਂ ਬਾਅਦ ਹੁਣ ਜਨਤਕ ਤੌਰ ਦੇ ਉੱਤੇ ਇਸ ਨੌਜਵਾਨ ਦੀ ਤਸਵੀਰ ਜਾਰੀ ਕਰਕੇ ਇਸ ਨੂੰ ਲੱਭਣ ਦੇ ਲਈ ਸਹਿਯੋਗ ਮੰਗਿਆ ਜਾ ਰਿਹਾ ਹੈ, ਜਿਸ ਦਾ ਨਾਮ ਅਨਮੋਲ ਜਗਤ ਹੈ, ਜਿਸ ਦਾ ਘਰ 114 ਸਟਰੀਟ ਤੇ 80 ਐਵੇਨਿਊ ਦੇ ਨੇੜੇ ਹੈ, ਜਿੱਥੇ ਕਿ 12:45 24 ਅਕਤੂਬਰ ਦੀ ਸਵੇਰ ਨੂੰ ਉਹ ਗਿਆ ਸੀ ਤੇ ਵਾਪਸ ਉਸ ਨੂੰ ਕਿਸੇ ਨੇ ਨਹੀਂ ਦੇਖਿਆ। ਜਿਸ ਦਾ ਕੱਦ 6 ਫੁੱਟ 1 ਇੰਚ ਦੇ ਨੇੜੇ ਹੈ ਤੇ ਉਸੇ ਕਾਲੇ ਲੰਮੇ ਵਾਲ ਨੇ, ਜਿਸ ਨੇ ਕਿ ਆਖਰੀ ਵਾਰ ਕਾਲੇ ਰੰਗ ਦੀ ਪੈਂਟ ਪਾਈ ਹੋਈ ਸੀ, ਕਾਲੇ ਬੂਟ ਪਾਏ ਹੋਏ ਸਨ ਤੇ ਸਫੇਦ ਜੈਕਟ ਪਾਈ ਹੋਈ ਸੀ ਤੇ ਹਰੀ ਕਮੀਜ਼ ਪਾਈ ਹੋਈ ਸੀ। ਅਨਮੋਲ ਦਾ ਪਰਿਵਾਰ ਉਸ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਦੇ ਵਿੱਚ ਹੈ। ਡੈਲਟਾ ਪੁਲਿਸ ਨੇ ਕਿਹਾ ਕਿ ਇਸ ਨੌਜਵਾਨ ਦੇ ਬਾਰੇ ਜੇਕਰ ਕਿਸੇ ਨੂੰ ਵੀ ਕੋਈ ਜਾਣਕਾਰੀ ਹੋਵੇ ਤਾਂ ਉਹਨਾਂ ਦੇ ਨਾਲ ਸੰਪਰਕ ਜ਼ਰੂਰ ਕੀਤਾ ਜਾਵੇ। ਜੇਕਰ ਅਨਮੋਲ ਜਗਤ ਦੇ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਹੈ ਤਾਂ 604 946 44 11 ਦੇ ਉੱਤੇ ਫੋਨ ਕਰਕੇ ਦੱਸਿਆ ਜਾ ਸਕਦਾ ਹੈ ਤੇ ਜੇਕਰ ਕਿਸੇ ਨੂੰ ਲੱਗਦਾ ਹੈ ਕਿ ਉਹ ਅਨਮੋਲ ਜਗਤ ਨੂੰ ਦੇਖ ਰਿਹਾ ਹੈ ਤਾਂ ਤੁਰੰਤ 911 ਤੇ ਕਰਕੇ ਵੀ ਫੋਨ ਜਾਣਕਾਰੀ ਦਿੱਤੀ ਜਾ ਸਕਦੀ ਹੈ ਉਸ ਦੇ ਬਾਰੇ। ਹੁਣ ਤੁਹਾਨੂੰ ਦੱਸਾਂਗੇ ਕਿ ਸਿਟੀ ਆਫ ਸਰੀ ਨੇ ਸਰੀ ਨਿਵਾਸੀਆਂ ਦੇ ਲਈ ਕੀ ਹਦਾਇਤ ਜਾਰੀ ਕੀਤੀ ਹੈ। ਜਿਵੇਂ ਕਿ ਹੁਣ ਹੈਲੋਵੀਨ ਤੇ ਅੱਗੇ ਹੋਰ ਤਿਉਹਾਰ ਆ ਰਹੇ ਨੇ, ਇਸ ਵਾਸਤੇ ਸਿਟੀ ਆਫ ਸਰੀ ਨੇ ਚੇਤਾਵਨੀ ਜਾਰੀ ਕੀਤੀ ਹੈ, ਜਿਸ ਦੇ ਵਿੱਚ ਸਰੀ ਦੇ ਵਸਨੀਕਾਂ ਨੂੰ ਯਾਦ ਕਰਵਾਇਆ ਗਿਆ ਹੈ ਕਿ ਆਤਿਸ਼ਬਾਜ਼ੀ ਕਰਨੀ ਗੈਰ ਕਾਨੂੰਨੀ ਹੋਵੇਗੀ। ਕਿਸੇ ਨੂੰ ਵੀ ਇਜਾਜ਼ਤ ਨਹੀਂ ਹੋਵੇਗੀ ਕਿ ਉਹ ਆਤਿਸ਼ਬਾਜ਼ੀ ਕਰਨ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੀ ਮਨਾਹੀ ਤਾਂ ਕੀਤੀ ਗਈ ਸੀ, ਪਰ ਫਿਰ ਵੀ ਕਾਫੀ ਗਿਣਤੀ ਵਿੱਚ ਸਰੀ ਨਿਵਾਸੀਆਂ ਦੇ ਵੱਲੋਂ ਹੈਲੋਵੀਨ ਦੇ ਦਿਨ ਵੀ ਆਤਿਸ਼ਬਾਜ਼ੀ ਕੀਤੀ ਗਈ ਸੀ, ਜਿਸ ਤੋਂ ਬਾਅਦ ਕਾਫੀ ਜ਼ਿਆਦਾ ਗਿਣਤੀ ਵਿੱਚ ਸ਼ਹਿਰ ਦੇ ਵਿੱਚ ਅੱਗਾਂ ਲੱਗਣ ਦੇ ਮਾਮਲੇ ਵੀ ਸਾਹਮਣੇ ਆਏ ਸਨ, ਜਿਸ ਦੇ ਵਾਸਤੇ ਹੁਣ ਕਿਹਾ ਗਿਆ ਹੈ ਕਿ ਜੇਕਰ ਕਿਸੇ ਦੇ ਵੱਲੋਂ ਅਜਿਹਾ ਕੀਤਾ ਜਾਂਦਾ ਹੈ ਤੇ ਕਿਸੇ ਨੇ ਸ਼ਿਕਾਇਤ ਕਰਨੀ ਹੋਵੇ ਕਿ ਆਤਿਸ਼ਬਾਜ਼ੀ ਕਿਸੇ ਦੇ ਵੱਲੋਂ ਚਲਾਈ ਜਾ ਰਹੀ ਹੈ ਤਾਂ ਬਾਇਲੋ ਕਾਲ ਸੈਂਟਰ ਦੇ ਉੱਤੇ 604 591 4370 ਦੇ ਉੱਤੇ ਸ਼ਾਮ ਨੂੰ 6 ਵਜੇ ਤੋਂ ਪਹਿਲਾਂ ਫੋਨ ਕਰਕੇ ਜਾਣਕਾਰੀ ਦਿੱਤੀ ਜਾ ਸਕਦੀ ਹੈ ਤੇ ਉਸ ਤੋਂ ਬਾਅਦ RCMP ਨੂੰ 604 59 90 502 ਤੇ ਸ਼ਾਮ ਦੇ 6 ਵਜੇ ਤੋਂ ਬਾਅਦ ਫੋਨ ਕਰਕੇ ਜਾਣਕਾਰੀ ਦਿੱਤੀ ਜਾ ਸਕਦੀ ਹੈ। ਜੇਕਰ ਕੋਈ ਆਤਿਸ਼ਬਾਜ਼ੀ ਚਲਾ ਰਿਹਾ ਹੈ, ਤੁਸੀਂ ਦੇਖਦੇ ਹੋ ਤਾਂ ਉਸ ਦੀ ਸ਼ਿਕਾਇਤ ਕਰਨੀ ਹੈ ਤਾਂ ਉਸ ਦੇ ਵਾਸਤੇ 911 ਤੇ ਫੋਨ ਨਾ ਕੀਤਾ ਜਾਵੇ। ਇਹ ਵੀ ਕਿਹਾ ਗਿਆ ਹੈ 911 ਤੇ ਫੋਨ ਸਿਰਫ ਤਾਂ ਹੀ ਕੀਤਾ ਜਾਵੇ ਜੇਕਰ ਕੋਈ ਐਮਰਜੈਂਸੀ ਹੈ। ਜੇਕਰ ਕਿਸੇ ਦੀ ਆਤਿਸ਼ਬਾਜ਼ੀ ਸੰਬੰਧੀ ਤੁਹਾਨੂੰ ਸ਼ਿਕਾਇਤ ਕਰਨ ਦੀ ਲੋੜ ਪਈ ਹੈ ਤਾਂ ਬਾਇਲੋ ਜਾਂ ਫਿਰ RCMP ਦੀ ਨੌਨ ਐਮਰਜੈਂਸੀ ਲਾਈਨ ਦੇ ਉੱਤੇ ਫੋਨ ਕਰਕੇ ਦੱਸਿਆ ਜਾਵੇ। ਅਗਲੀ ਖਬਰ ਹੈ ਕਿ ਓਨਟਾਰੀਓ ਦੇ ਵਿੱਚ ਸਿੱਖਿਆ ਅਦਾਰਿਆਂ ਦੇ ਅੰਦਰ 50,000 ਕਾਮੇ ਜਿਨ੍ਹਾਂ ਨੇ ਕੋਵਿਡ-19 ਦੇ ਟੀਕੇ ਨਹੀਂ ਲਗਵਾਏ, ਉਹਨਾਂ ਦੇ ਬਾਰੇ ਸਿੱਖਿਆ ਮੰਤਰੀ ਨੇ ਕੀ ਕਿਹਾ ਹੈ ਉਹ ਤੁਹਾਨੂੰ ਦੱਸਾਂਗੇ। ਓਨਟਾਰੀਓ ਦੇ ਸਿੱਖਿਆ ਮੰਤਰੀ ਨੇ ਜਾਣਕਾਰੀ ਦਿੱਤੀ ਹੈ ਕਿ ਕੋਵਿਡ-19 ਦੇ ਟੀਕੇ ਲੱਗੇ ਹੋਣੇ ਜਿਵੇਂ ਕਿ ਲਾਜ਼ਮੀ ਕੀਤੇ ਗਏ ਨੇ, ਤਾਂ ਸਿੱਖਿਆ ਵਿਭਾਗ ਦੇ ਵਿੱਚ ਵੀ ਕੁਝ ਇਸ ਤਰ੍ਹਾਂ ਕੀਤਾ ਗਿਆ ਹੈ। ਪਰ ਜੇਕਰ ਕੋਵਿਡ-19 ਦੇ ਟੀਕੇ ਨਾ ਲਗਵਾਉਣ ਵਾਲਿਆਂ ਨੂੰ ਕੰਮ ਤੋਂ ਕੱਢਿਆ ਜਾਂਦਾ ਹੈ ਤਾਂ ਓਨਟਾਰੀਓ ਦੇ ਵਿੱਚ ਸਿੱਖਿਆ ਅਦਾਰਿਆਂ ਨਾਲ ਸੰਬੰਧਿਤ 50,000 ਕਾਮਿਆਂ ਨੂੰ ਕੰਮ ਤੋਂ ਕੱਢਿਆ ਜਾਵੇਗਾ, ਜਿਨ੍ਹਾਂ ਨੇ ਕੋਵਿਡ-19 ਦੇ ਟੀਕੇ ਲਗਾਉਣ ਦਾ ਸਬੂਤ ਜਮ੍ਹਾਂ ਨਹੀਂ ਕਰਵਾਇਆ। ਜਿਸ ਦੇ ਵਿੱਚ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਅਧਿਆਪਕ, ਕੋਈ ਜਿਹੜੇ ਅਸਿਸਟੈਂਟ ਦੇ ਵਜੋਂ ਕੰਮ ਕਰਦੇ ਨੇ ਉਹ, ਤੇ ਨਾਲ ਹੀ ਛੋਟੇ ਬੱਚਿਆਂ ਨੂੰ ਪੜ੍ਹਾਉਣ ਦੇ ਵਾਲੇ ਤੇ ਪ੍ਰਿੰਸੀਪਲ
ਤੇ ਜੋ ਸਕੂਲ ਬੋਰਡ ਹੁੰਦੇ ਨੇ ਵੱਖੋ ਵੱਖਰੇ ਖੇਤਰਾਂ ਦੇ, ਉਹਨਾਂ ਦੇ ਮੈਂਬਰ ਤੇ ਉਹ ਸ਼ਾਮਲ ਨੇ ਜਿਨ੍ਹਾਂ ਨੂੰ ਕੰਮ ਤੋਂ ਕੱਢਿਆ ਜਾ ਸਕਦਾ ਹੈ, ਜਿਨ੍ਹਾਂ ਨੇ ਕੋਵਿਡ-19 ਦੇ ਟੀਕੇ ਲੱਗੇ ਹੋਣ ਦੇ ਆਪਣੇ ਸਟੇਟਸ ਦੇ ਬਾਰੇ ਦੱਸਿਆ ਨਹੀਂ ਹੈ ਹਜੇ, ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ 85% ਤੋਂ ਵੱਧ ਸਿੱਖਿਆ ਵਿਭਾਗ ਨਾਲ ਸੰਬੰਧਿਤ ਸਟਾਫ ਹੈ ਜੋ ਉਹ ਫੁੱਲੀ ਵੈਕਸੀਨੇਟਡ ਹੋ ਚੁੱਕਿਆ ਹੈ ਤੇ 15% ਦੇ ਕਰੀਬ ਹਜੇ ਅਜਿਹੇ ਨੇ ਜਿਨ੍ਹਾਂ ਨੇ ਕੋਵਿਡ-19 ਦੇ ਟੀਕੇ ਨਹੀਂ ਲਗਵਾਏ ਜਾਂ ਫਿਰ ਉਹਨਾਂ ਨੇ ਜਾਣਕਾਰੀ ਜਮ੍ਹਾਂ ਨਹੀਂ ਕਰਵਾਈ, ਜਿਸ ਦੇ ਉੱਤੇ ਵੱਖੋ ਵੱਖਰੇ ਸਕੂਲ ਬੋਰਡ ਹੁਣ ਫੈਸਲੇ ਲੈਣੇ ਵੀ ਸ਼ੁਰੂ ਕਰ ਚੁੱਕੇ ਨੇ। ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਦੇ ਵੱਲੋਂ ਵੀ ਸਖਤੀ ਦੇ ਨਾਲ ਇਸ ਦੇ ਉੱਤੇ ਫੈਸਲਾ ਲਿਆ ਜਾ ਰਿਹਾ ਹੈ ਕਿ ਜਿਨ੍ਹਾਂ ਦੇ ਵੱਲੋਂ ਕੋਵਿਡ-19 ਦੇ ਟੀਕੇ ਨਹੀਂ ਲਗਵਾਏ ਜਾਣਗੇ ਉਹਨਾਂ ਨੂੰ ਤੁਰੰਤ ਕੰਮ ਤੋਂ ਕੱਢਿਆ ਜਾਵੇਗਾ। ਹੁਣ ਤੁਹਾਨੂੰ ਦੱਸਾਂਗੇ ਕਿ ਕੈਨੇਡਾ ਤੋਂ ਪੁਲਿਸ ਨੇ 5 ਇੰਟਰਨੈਸ਼ਨਲ ਵਿਦਿਆਰਥੀਆਂ ਨੂੰ ਕਿਉਂ ਸਨਮਾਨਿਤ ਕੀਤਾ ਹੈ। ਦਰਅਸਲ ਰਿਜ ਮੈਡੋਜ਼ ਤੋਂ ਮਾਮਲਾ ਸਾਹਮਣੇ ਆਇਆ ਸੀ ਕਿ ਥੈਂਕਸ ਗਿਵਿੰਗ ਦੇ ਮੌਕੇ ਗੋਲਡਨ ਏਅਰਸ ਪ੍ਰੋਵਿੰਸ਼ੀਅਲ ਪਾਰਕ ਦੇ ਵਿੱਚ ਝਰਨੇ ਦੇ ਹੇਠਾਂ 2 ਨੌਜਵਾਨ ਡਿੱਗ ਗਏ ਸਨ ਜੋ ਕਿ ਉੱਥੇ ਫਿਸਲ ਗਏ ਸਨ ਤੇ ਫਸ ਗਏ ਸੀ, ਜਿਨ੍ਹਾਂ ਨੂੰ ਬਚਾਉਣ ਦੇ ਵਾਸਤੇ ਇਹਨਾਂ 5 ਨੌਜਵਾਨਾਂ ਦੇ ਵੱਲੋਂ ਮਦਦ ਕੀਤੀ ਗਈ, ਜਿਨ੍ਹਾਂ ਨੇ ਆਪਣੀਆਂ ਦਸਤਾਰਾਂ ਬੰਨ੍ਹ ਕੇ ਹੇਠਾਂ ਸੁੱਟੀਆਂ ਤੇ ਉਹਨਾਂ ਨੌਜਵਾਨਾਂ ਨੂੰ ਬਚਾਇਆ। ਇਹ ਵੀਡੀਓ ਤੁਸੀਂ ਦੇਖ ਸਕਦੇ ਹੋ ਜੋ ਕਿ ਪਹਿਲਾਂ ਵੀ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਵਾਇਰਲ ਹੋ ਰਹੀ ਹੈ। ਇਹਨਾਂ ਨੌਜਵਾਨਾਂ ਨੇ ਜੋ ਇਹ ਕਦਮ ਚੁੱਕਿਆ, ਇਸ ਦੇ ਵਾਸਤੇ ਪੁਲਿਸ ਦੇ ਨਾਲ ਹੀ ਹੋਰ ਦੁਨੀਆ ਭਰ ਦੇ ਵਿੱਚ ਇਹਨਾਂ ਦੀ ਸ਼ਲਾਘਾ ਕੀਤੀ ਜਾ ਰਹੀ ਹੈ, ਜਿਸ ਦੇ ਲਈ ਇਹਨਾਂ ਨੌਜਵਾਨਾਂ ਨੂੰ ਹੁਣ ਅਵਾਰਡ ਦਿੱਤਾ ਗਿਆ ਹੈ। ਗਗਨਦੀਪ ਸਿੰਘ, ਗੁਰਪ੍ਰੀਤ ਸਿੰਘ, ਅਰਵਿੰਦਰਜੀਤ ਸਿੰਘ, ਕੁਲਿੰਦਰ ਸਿੰਘ ਤੇ ਅਜੇ ਕੁਮਾਰ ਇਹ ਸਰੀ ਤੋਂ ਉੱਥੇ ਗਏ ਹੋਏ ਸਨ ਜਦੋਂ ਇਹ ਵਾਪਰਿਆ, ਜਿਨ੍ਹਾਂ ਦੇ ਨਾਲ ਹੁਣ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਜੌਨ ਹੌਰਗਨ ਵੀ ਜ਼ੂਮ ਦੇ ਰਾਹੀਂ ਅਕਤੂਬਰ 27 ਨੂੰ ਗੱਲਬਾਤ ਕਰਨ ਵਾਲੇ ਨੇ। ਜਦੋਂ ਇਹ ਮਾਮਲਾ ਸਾਹਮਣੇ ਆਇਆ ਤਾਂ ਉਸ ਤੋਂ ਬਾਅਦ ਉਸ ਖੇਤਰ ਵਿੱਚ ਰੈਸਕਿਊ ਟੀਮ ਜੋ ਕੰਮ ਕਰਦੀ ਹੈ, ਉਹਨਾਂ ਦੇ ਪ੍ਰਧਾਨ ਨੇ ਬਿਆਨ ਦਿੱਤਾ ਕਿ ਉਸਨੇ ਅਜਿਹਾ ਪਹਿਲਾਂ ਕਦੀ ਵੀ ਨਹੀਂ ਦੇਖਿਆ ਕਿ ਕੁਝ ਇਸ ਤਰ੍ਹਾਂ ਕਿਸੇ ਨੂੰ ਬਚਾਇਆ ਗਿਆ ਹੋਵੇ, ਜਿਸ ਦੇ ਲਈ ਉਹਨਾਂ ਨੇ ਇਹਨਾਂ ਨੌਜਵਾਨਾਂ ਦੀ ਸ਼ਲਾਘਾ ਕੀਤੀ। ਇੱਥੇ ਜ਼ਿਕਰਯੋਗ ਹੈ ਕਿ ਇਸ ਮੌਕੇ ਰੈਸਕਿਊ ਟੀਮ ਪਹੁੰਚਣ ਤੋਂ ਪਹਿਲਾਂ ਇਹਨਾਂ 5 ਨੌਜਵਾਨਾਂ ਨੇ ਉਹਨਾਂ 2 ਨੌਜਵਾਨਾਂ ਨੂੰ ਬਾਹਰ ਕੱਢ ਲਿਆ ਸੀ ਸੁਰੱਖਿਅਤ ਤਰੀਕੇ ਦੇ ਨਾਲ, ਜਿਹੜੇ ਕਿ ਹੇਠਾਂ ਫਸੇ ਹੋਏ ਸਨ। ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ। ਭਾਜੀ ਇੱਕ ਹੋਰ ਗੱਠ ਬਣ ਲਿਆ, ਮੋਰੇ ਫਰਨਾ ਸੱਖਾ ਹੋ ਜੂਗਾ। ਮੋਰੇ ਗੱਠ ਬਣ ਲੈ, ਲਾਸਟ ਪਰਨੇ ਨੂੰ ਗੱਠ ਬਣ ਲੈ, ਪਰਨੇ ਨੂੰ ਮੋਰੇ ਗੱਠ ਬੰਨਦੇ ਬੰਨੀ ਹੋਵਾ ਇੱਕ ਹੋਰ ਗੱਠ ਬੰਨਦੇ, ਇਹਨੂੰ ਘੁੱਟ ਕੇ ਫੜ ਲਈ, ਘੁੱਟ ਕੇ ਬੱਜੀ ਬਾਈ ਉਹ ਫੜ ਲੈਂਦੇ ਮੇਰੀ ਵੀਡੀਓ ਨਹੀਂ ਮੈਂ ਚਾਹੁੰਦਾ, ਉਹ ਵੀਡੀਓ ਬਣਾ ਉੱਧਰ ਯਾਰ ਕੱਟਾਂਗੇ ਯਾਰ ਦੋਸਤ ਵਾਲੇ ਨੂੰ ਦਾ ਕੀ ਹੋਇਆ। ਚੱਲ ਬਾਈ ਨਹੀਂ ਕੁਝ ਇੱਕ ਵਾਰੀ ਹੋਰ ਹੁਣ ਤੁਹਾਨੂੰ ਦੱਸਾਂਗੇ ਅਲਬਰਟਾ ਵਿੱਚ ਪੀਐਨਪੀ ਦਾ ਜੋ ਤਾਜ਼ਾ ਡਰਾਅ ਨਿਕਲਿਆ ਉਸ ਦੇ ਬਾਰੇ। ਅਲਬਰਟਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਅਕਤੂਬਰ 12 ਨੂੰ ਪੀਐਨਪੀ ਦਾ ਤਾਜ਼ਾ ਡਰਾਅ ਕੱਢਿਆ। ਅਲਬਰਟਾ ਇਮੀਗ੍ਰੈਂਟ ਨੋਮਿਨੀ ਪ੍ਰੋਗਰਾਮ ਦੇ ਤਹਿਤ 293 ਐਕਸਪ੍ਰੈਸ ਐਂਟਰੀ ਕੈਂਡੀਡੇਟ ਬੁਲਾਏ ਗਏ, ਜਿਸ ਦੇ ਲਈ ਘੱਟੋ-ਘੱਟ ਸਕੋਰ 300 ਤੱਕ ਸੀ, ਜਿਸ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ। ਅਕਤੂਬਰ ਮਹੀਨੇ ਦਾ ਅਲਬਰਟਾ ਦੇ ਵਿੱਚ ਨਿਕਲਿਆ ਇਹ ਪਹਿਲਾ ਪੀਐਨਪੀ ਦਾ ਡਰਾਅ ਸੀ। ਇਸ ਤੋਂ ਪਹਿਲਾਂ ਸਤੰਬਰ ਮਹੀਨੇ ਅਲਬਰਟਾ ਨੇ 4 ਡਰਾਅ ਕੱਢੇ ਸੀ। ਹਰ ਇੱਕ ਦੇ ਵਿੱਚ ਘੱਟੋ-ਘੱਟ ਸਕੋਰ 300 ਤੱਕ ਸੀ ਤੇ ਕੁੱਲ 1610 ਇਨਵੀਟੇਸ਼ਨ ਭੇਜੇ ਗਏ। ਸਤੰਬਰ ਮਹੀਨੇ ਦੇ ਵਿੱਚ 5910 ਐਕਸਪ੍ਰੈਸ ਐਂਟਰੀ ਕੈਂਡੀਡੇਟਸ ਨੂੰ ਬੁਲਾ ਚੁੱਕਿਆ ਹੈ। ਜਨਵਰੀ 2021 ਤੋਂ ਬਾਅਦ ਤੋਂ ਹੁਣ ਤੱਕ AINP ਯਾਨੀ ਕਿ ਅਲਬਰਟਾ ਇਮੀਗ੍ਰੈਂਟ ਨੋਮਿਨੀ ਪ੍ਰੋਗਰਾਮ ਦੇ ਤਹਿਤ, ਜਿਸ ਦੇ ਵਿੱਚ ਜਦੋਂ ਇਹ ਪ੍ਰਕਿਰਿਆ ਪੂਰੀ ਹੋਵੇਗੀ ਤਾਂ ਉਸ ਤੋਂ ਬਾਅਦ 600 ਪੁਆਇੰਟ ਕੈਂਡੀਡੇਟਸ ਨੂੰ ਮਿਲ ਜਾਣਗੇ ਤੇ ਉਹ ਫਿਰ ਫੈਡਰਲ ਦੇ ਵਿੱਚ PR ਦੇ ਲਈ ਫਾਈਲ ਲਗਾ ਸਕਦੇ ਨੇ। ਤੇ ਹੁਣ ਜਾਣਕਾਰੀ ਦਵਾਂਗੇ ਜੋ ਅੱਜ ਸਵੇਰੇ ਸਹੁੰ ਚੁੱਕ ਸਮਾਗਮ ਹੋਇਆ ਉਸ ਦੇ ਵਿੱਚ ਕਿਹੜੇ ਕੈਬਨਿਟ ਮੰਤਰੀ ਮੁੱਖ ਤੌਰ ਦੇ ਉੱਤੇ ਚੁਣੇ ਗਏ ਨੇ ਉਹਨਾਂ ਦੇ ਬਾਰੇ, ਜਿਨ੍ਹਾਂ ਵਿੱਚ ਰੱਖਿਆ ਮੰਤਰੀ ਅਗਲੇ ਕੌਣ ਹੋਣਗੇ ਤੇ ਨਾਲ ਹੀ ਇਮੀਗ੍ਰੇਸ਼ਨ ਮੰਤਰੀ ਕੌਣ ਹੋਣਗੇ ਤੇ ਹਰਜੀਤ ਸਿੰਘ ਸੱਜਣ ਨੂੰ ਕਿਹੜਾ ਮੰਤਰਾਲਾ ਦਿੱਤਾ ਗਿਆ ਤੇ ਸਾਬਕਾ ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਚੀ ਨੂੰ ਕਿਹੜਾ ਮੰਤਰਾਲਾ ਦਿੱਤਾ ਗਿਆ ਤੇ ਇਸ ਤੋਂ ਬਾਅਦ ਜਸਟਿਨ ਟਰੂਡੋ ਨੇ ਕੀ ਕਿਹਾ।
ਕੈਨੇਡਾ ਵਿੱਚ ਭਾਰਤੀ ਮੂਲ ਤੋਂ MP ਅਨੀਤਾ ਆਨੰਦ ਨੂੰ ਰੱਖਿਆ ਮੰਤਰਾਲਾ ਦਿੱਤਾ ਗਿਆ ਹੈ। ਹਰਜੀਤ ਸਿੰਘ ਸੱਜਣ ਤੋਂ ਬਾਅਦ ਹੁਣ ਅਨੀਤਾ ਆਨੰਦ ਹੋਣਗੇ ਜੋ ਕਿ ਕੈਨੇਡਾ ਦੇ ਰੱਖਿਆ ਮੰਤਰੀ ਨੇ। I, Indira Anita Anand, do solemnly and sincerely promise and swear that I will truly and faithfully and to the best of my skill and knowledge execute the powers and trusts reposed in me as Minister of National Defence. So help me God. ਸ਼ੌਨ ਫਰੇਜ਼ਰ ਹੁਣ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਨੇ। ਲਿਬਰਲ ਪਾਰਟੀ ਦੇ ਵੱਲੋਂ ਨੋਵਾ ਸਕੋਸ਼ੀਆ ਦੀ ਸੈਂਟਰਲ ਨੋਵਾ ਤੋਂ MP ਸ਼ੌਨ ਫਰੇਜ਼ਰ ਨੇ ਅੱਜ ਸਹੁੰ ਚੁੱਕੀ। ਸਹੁੰ ਚੁੱਕ ਸਮਾਗਮ ਦੇ ਦੌਰਾਨ ਉਹਨਾਂ ਦੇ ਨਾਮ ਦਾ ਐਲਾਨ ਹੋਇਆ ਇਮੀਗ੍ਰੇਸ਼ਨ ਮੰਤਰੀ ਦੇ ਵਜੋਂ, ਜੋ ਕਿ ਸਾਲ 2015 ਵਿੱਚ ਸਭ ਤੋਂ ਪਹਿਲਾਂ ਨੋਵਾ ਸਕੋਸ਼ੀਆ ਤੋਂ MP ਬਣੇ ਸਨ ਤੇ ਉਸ ਤੋਂ ਬਾਅਦ ਸਾਲ 2019 ਦੀਆਂ ਚੋਣਾਂ ਵੀ ਜਿੱਤੀਆਂ ਸੀ ਤੇ ਉਸ ਤੋਂ ਬਾਅਦ ਹੁਣ 20 ਸਤੰਬਰ 2021 ਨੂੰ ਜੋ ਵੋਟਾਂ ਪਈਆਂ ਉਸ ਦੇ ਵਿੱਚ ਵੀ ਜਿੱਤ ਹਾਸਲ ਕੀਤੀ। I, Sean Simon Andrew Fraser, do declare that I will be faithful and bear true allegiance to Her Majesty Queen Elizabeth II, Queen of Canada, her heirs and successors. I, Sean Simon Andrew Fraser, do solemnly and sincerely declare that I shall be a true and faithful servant to Her Majesty Queen Elizabeth II as a member of Her Majesty's Privy Council for Canada. I will in all things to be treated, debated and resolved in Privy Council faithfully, honestly and truly declare my mind and my opinion. I shall keep secret all matters committed and revealed to me in this capacity or that shall be secretly treated of in Council. Generally, in all things I shall do as a faithful and true servant ought to do for Her Majesty. One more. I, Sean Simon Andrew Fraser, do solemnly and sincerely promise and declare that I will truly and faithfully, and to the best of my skill and knowledge, execute the powers and trust reposed in me as Minister of Immigration, Refugees and Citizenship. ਹਰਜੀਤ ਸਿੰਘ ਸੱਜਣ ਕੈਨੇਡਾ ਦੇ ਅਗਲੇ ਰੱਖਿਆ ਮੰਤਰੀ ਨਹੀਂ ਹੋਣਗੇ, ਜਿਨ੍ਹਾਂ ਤੋਂ ਰੱਖਿਆ ਮੰਤਰਾਲਾ ਵਾਪਸ ਲੈ ਲਿਆ ਗਿਆ, ਜਿਨ੍ਹਾਂ ਨੂੰ ਹੁਣ ਇੰਟਰਨੈਸ਼ਨਲ ਡਿਵੈਲਪਮੈਂਟ ਮਿਨਿਸਟਰ ਬਣਾ ਦਿੱਤਾ ਗਿਆ। ਹਰਜੀਤ ਸਿੰਘ ਸੱਜਣ ਦੇ ਉੱਤੇ ਕਾਫੀ ਸਵਾਲ ਉੱਠੇ ਸਨ। ਫੌਜ ਵਿੱਚ ਜਿਨਸੀ ਸ਼ੋਸ਼ਣ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਉਹਨਾਂ ਮਾਮਲਿਆਂ ਦੀ ਜਾਂਚ ਨਾਲ ਸੰਬੰਧਿਤ, ਜਿਸ ਤੋਂ ਬਾਅਦ ਵਿਰੋਧੀ ਪਾਰਟੀਆਂ ਲਗਾਤਾਰ ਹਰਜੀਤ ਸਿੰਘ ਸੱਜਣ ਦੇ ਅਸਤੀਫੇ ਤੱਕ ਦੀ ਮੰਗ ਕਰ ਰਹੀਆਂ ਸਨ। ਪਰ ਹੁਣ ਜਦੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੀ ਨਵੀਂ ਕੈਬਨਿਟ ਦਾ ਐਲਾਨ ਕੀਤਾ ਹੈ ਤਾਂ ਹਰਜੀਤ ਸਿੰਘ ਸੱਜਣ ਅਗਲੇ ਰੱਖਿਆ ਮੰਤਰੀ ਨਹੀਂ ਹੋਣਗੇ, ਜਿਨ੍ਹਾਂ ਦਾ ਮੰਤਰਾਲਾ ਬਦਲ ਦਿੱਤਾ ਗਿਆ ਹੈ। ਕੌਮਾਂਤਰੀ ਪੱਧਰ ਦੇ ਉੱਤੇ ਵਿਕਾਸ ਨਾਲ ਸੰਬੰਧਿਤ ਮੰਤਰਾਲਾ ਹਰਜੀਤ ਸਿੰਘ ਸੱਜਣ ਨੂੰ ਦਿੱਤਾ ਗਿਆ, ਜਿਨ੍ਹਾਂ ਨੇ ਇਸ ਮੰਤਰਾਲੇ ਦੇ ਵਾਸਤੇ ਆਪਣੇ ਅਹੁਦੇ ਦੇ ਲਈ ਸਹੁੰ ਚੁੱਕੀ। We have a team of familiar faces and new faces that are ready to put all their strengths, all their hard work towards delivering for Canadians in the coming years, continue to deliver on real change. There's a few things we know are top of mind for Canadians. First of all, ending the pandemic for good. Canada, as we all know, is a world leader on vaccination rates, but we're not out of this yet.
We need to continue to remain vigilant, continue to support people struggling in places across the country, and continue to deliver on the priorities we laid out a few weeks ago on ending this pandemic. Whether it's vaccination mandates for federal public servants, whether it's moving forward to make sure that anyone getting on a plane or a train is fully vaccinated, we've moved forward on those. We continue to move forward with the provinces and territories on rolling out and paying for proof of vaccination certificates for both domestic use in the provinces, but internationally as well. And we're also going to be moving forward with legislation to better protect healthcare workers from harassment and intimidation on their way into work. We are there and continuing with a straightforward promise we made to Canadians many, many months ago, that we would have your backs as long as it took, as much as it took. And while we are still there to support the hard-hit industries from this pandemic and workers in those hard-hit lockdown areas, we know that part of having people's backs is making sure our economy keeps growing. We've had good numbers already. We committed to 1 million new jobs back in the last throne speech over a year ago. We've delivered on that. We're now recovered 100% of the jobs we lost during this pandemic. The U.S. has only recovered about 3/4 of the jobs lost during the pandemic. But we know there's more to do. From tackling the housing crisis, making sure that affordability remains top of mind for everyone working to serve Canadians, and continuing to move forward on historic childcare agreements to bring families $10 a day childcare right across the country. We still have work to do in New Brunswick, Alberta, and Ontario, as well as Northwest Territories and Nunavut, but I know we're going to get it done because families deserve that support. The same focus and urgency we brought to the fight against COVID, we have to bring to the other enormous crisis Canada and the world is facing, and it's climate change. We know that fighting against climate change and preventing biodiversity loss are key for Canadians and for people around the world. That's what we're going to continue doing here at home while we head to Glasgow and encourage and challenge the world to do even more, go even faster, as Canada has.